ਭਾਜੀ ਮੈਂ ਡੀਮੋਟੀਵੇਟ ਹੋ ਚੁੱਕਿਆ ਬਿਕਾਜ਼ ਮੇਰੀ ਬੋਡੀ ਗਰੋ ਹੀ ਨਹੀਂ ਹੋ ਰਹੀ। ਆਈ ਨੋ ਤੁਹਾਡਾ ਵੀ ਸ਼ਾਇਦ ਇਹੀ ਸਵਾਲ ਹੋਵੇ, ਸਾਡੀ ਬੋਡੀ ਗਰੋ ਨਹੀਂ ਹੋ ਰਹੀ। ਵੀ ਆਰ ਵਰਕਿੰਗ ਹਾਰਡ, ਮਿਹਨਤ ਕਰ ਰਹੇ ਹਾਂ, our body is not showing results। ਇਸ਼ੂ ਇਹ ਹੈ ਮੈਨੂੰ ਉਹ એનર્ਜੀ ਨਹੀਂ ਮਿਲਦੀ ਵਰਕਆਊਟ ਵਾਸਤੇ। ਆਲਰਾਈਟ, ਮੇਰੇ ਕੋਲ ਇਸ ਚੀਜ਼ ਦਾ ਵੀ ਸੋਲੂਸ਼ਨ ਹੈ। ਤੁਹਾਨੂੰ એનર્ਜੀ ਕਿੱਥੋਂ ਮਿਲਣੀ ਹੈ ਤੇ ਕਿਵੇਂ ਮਿਲਣੀ ਹੈ। Some bodies are made in winter। ਤੁਸੀਂ ਜੇ ਆ 4 ਮਹੀਨੇ ਨਾ ਪੂਰੀ ਵਧੀਆ ਗੱਡ ਕੇ ਮਿਹਨਤ ਕਰ ਲਓਗੇ ਨਾ, ਤੁਸੀਂ ਬਹੁਤ ਲੋਕਾਂ ਵਾਸਤੇ ਇਨਸਪੀਰੇਸ਼ਨਲ ਬਣ ਜਾਓਗੇ। ਯੂ ਹੈਵ ਟੂ ਆਪਸ਼ਨਸ। ਤੁਸੀਂ 4 ਮਹੀਨੇ ਜਾਂ ਤਾਂ ਆਪਣੇ ਬੈੱਡ ਤੇ ਬਹਿ ਕੇ ਰੈਸਟ ਕਰ ਲਓ, ਕੁਝ ਓਵਰ ਈਟਿੰਗ ਕਰ ਲਓ, ਜਾਂ ਤੁਸੀਂ ਆਪਣਾ ਇਹ 4 ਮਹੀਨੇ ਵਧੀਆ ਵਰਕਆਊਟ ਕਰ ਲਓ ਵਿਦ ਗੁੱਡ ਡਾਈਟ ਐਂਡ ਰਿਕਵਰੀ। ਤੁਹਾਡੀ ਬੋਡੀ ਸਮਰ ਤੱਕ ਬਿਲਕੁਲ ਟੌਪ ਨੱਚ ਹੋ ਜਾਣੀ ਆ। ਐਗਜ਼ੈਕਟਲੀ ਲਾਈਕ ਐਨ ਐਥਲੀਟ। ਡਾਇਰੈਕਟਲੀ ਪੁਆਇੰਟ ਤੇ ਆਉਂਦੇ ਆ। ਆਪਾਂ 1 ਆਵਰ ਸਪੈਂਡ ਕਰ ਰਹੇ ਹਾਂ ਜਿਮ ਵਿੱਚ, ਪੂਰਾ ਵਧੀਆ ਵਰਕਆਊਟ ਕਰ ਰਹੇ ਹਾਂ। 1 ਆਵਰ ਤੁਹਾਡਾ ਵਰਕਆਊਟ ਦਾ ਮੈਟਰ ਕਰਦਾ, ਬਟ ਉਸ ਤੋਂ ਵੀ ਵੱਧ ਮੈਟਰ ਕੀ ਕਰਦਾ ਹੈ ਬਾਕੀ 23 ਆਵਰਸ ਡੇ ਐਂਡ ਨਾਈਟ ਤੁਸੀਂ ਕੀ ਕਰ ਰਹੇ ਹੋ। ਜੀ ਹਾਂ ਗਾਇਜ਼, ਸਿਰਫ 1 ਘੰਟਾ ਆਪਣੀ ਬੋਡੀ ਤੇ ਲਾਣਾ ਐਂਡ ਬਾਕੀ ਸਭ ਦਿਨ ਅਸੀਂ ਜੰਕ ਫੂਡ ਖਾਣਾ ਜਾਂ ਅਸੀਂ ਕੰਪਲੀਟਲੀ ਰਿਕਵਰੀ ਨਹੀਂ ਕਰਨਾ। ਦੈਟ ਇਜ਼ ਬੈਡ। ਪਹਿਲਾਂ ਗੱਲ ਕਰਦੇ ਹਾਂ ਆਪਾਂ ਡਾਈਟ ਦੇ ਬਾਰੇ। ਇਹ ਨਹੀਂ ਕਿ ਅਸੀਂ ਕੀ ਖਾਣਾ ਜਾਂ ਕੀ ਪੀਣਾ, ਪਹਿਲਾਂ ਅਸੀਂ ਬੇਸਿਕ ਤੇ ਗੱਲ ਕਰਦੇ ਹਾਂ। ਪ੍ਰੋਟੀਨ ਐਂਡ ਕਾਰਬੋਹਾਈਡਰੇਟਸ ਦਾ ਮੇਨ ਰੋਲ ਕੀ ਆ ਆਪਣੀ ਬੋਡੀ ਵਿੱਚ। ਅਸੀਂ ਕਹਿੰਦੇ ਆ ਵੱਧ ਪ੍ਰੋਟੀਨ ਖਾਵਾਂਗੇ ਆਪਣੀ ਬੋਡੀ ਦਾ ਮਸਲ ਉਨਾ ਹੀ ਵੱਡਾ ਹੋਊਗਾ। ਇਹ ਬਿਲਕੁਲ ਗਲਤ ਸਟੇਟਮੈਂਟ ਹੈਗੀ ਆ। ਪ੍ਰੋਟੀਨ ਆਪਣੀ ਬੋਡੀ ਵਿੱਚ ਜਾ ਕੇ ਬਣਦਾ ਅਮੀਨੋ ਐਸਿਡਸ, ਐਂਡ ਅਮੀਨੋ ਐਸਿਡ ਆਪਣੀ ਬਲਕੀ ਸਾਈਜ਼ ਨਹੀਂ ਕਰਦੇ ਹੈਗੇ, ਆਪਣੀ ਮਸਲ ਦੀ ਰਿਕਵਰੀ 'ਚ ਹੈਲਪ ਕਰਦੇ ਨੇ। ਯੈਸ ਗਾਇਜ਼, ਪ੍ਰੋਟੀਨ ਹੈਲਪਸ ਇਨ ਰਿਕਵਰੀ। ਰਿਕਵਰੀ ਯਾਨੀ ਕਿ ਜੋ ਅਸੀਂ ਆਪਣੇ ਮਸਲ ਬ੍ਰੇਕ ਡਾਊਨ ਕੀਤੀ ਆ, ਅਸੀਂ ਜਿਮ ਗਏ, ਵਧੀਆ ਵਰਕਆਊਟ ਲਾਇਆ, ਆਪਣੇ ਮਸਲ ਬ੍ਰੇਕ ਹੋਏ, ਇਹਨੂੰ ਰਿਕਵਰੀ ਕਰਨਾ। ਨੈਕਸਟ ਡੇ ਵਾਸਤੇ ਤਿਆਰ ਕਰਨਾ ਕਿ ਤੁਸੀਂ ਆ ਕੇ ਹੁਣ ਵਰਕਆਊਟ ਫਿਰ ਤੋਂ ਸ਼ੁਰੂ ਕਰੋ ਐਂਡ ਫਿਰ ਤੋਂ ਰਿਕਵਰੀ ਕਰਨਾ। ਵਰਕਆਊਟ ਲਾਇਆ ਰਿਕਵਰੀ, ਵਰਕਆਊਟ ਲਾਇਆ ਰਿਕਵਰੀ। ਰਿਕਵਰੀ ਬਾਰੇ ਅਸੀਂ ਪ੍ਰੋਪਰਲੀ ਗੱਲ ਕਰਦੇ ਹਾਂ, ਬਟ ਪਹਿਲਾਂ ਅਸੀਂ ਇਹ ਗੱਲ ਸਮਝਦੇ ਹਾਂ ਕਿ ਪ੍ਰੋਟੀਨ ਦਾ ਮੇਨ ਰੋਲ ਹੁੰਦਾ ਆਪਣੀ ਬੋਡੀ ਵਿੱਚ ਰਿਕਵਰੀ ਕਰਨਾ। ਐਂਡ ਔਨ ਦੀ ਅਦਰ ਹੈਂਡ ਕਾਰਬੋਹਾਈਡਰੇਟਸ ਦਾ ਕੰਮ ਸਿਰਫ ਆਪਣੀ ਬੋਡੀ 'ਚ ਫੈਟ ਜਾਂ ਬਲਕ ਲੈ ਕੇ ਆਉਣਾ ਨਹੀਂ ਹੁੰਦਾ। ਕਾਰਬੋਹਾਈਡਰੇਟਸ ਆਪਣੀ ਬੋਡੀ ਵਿੱਚ ਜਾ ਕੇ ਬਣਦੇ ਨੇ ਗਲੂਕੋਜ਼, ਜੋ ਦਿੰਦਾ ਆਪਾਂ ਨੂੰ એનર્ਜੀ। ਸੋ ਤੁਸੀਂ ਜੇ ਵਧੀਆ weight lifting ਕਰਨੀ ਆ, weight lifting ਕਰੋਗੇ ਤੁਹਾਡੇ ਮਸਲ 'ਚ ਪਾਵਰ ਆਊਗੀ। ਤੁਸੀਂ weight ਨੂੰ ਪਾ ਰਹੇ ਹੋ, weight ਨੂੰ ਚੱਕ ਰਹੇ ਹੋ, ਆਪਣੀ ਭੁੱਖ ਵਧੂਗੀ। ਭੁੱਖ ਵਧਣ ਨਾਲ ਕੀ ਹੈ, ਡੈਫੀਨਿਟਲੀ ਆਪਣਾ ਸਾਈਜ਼ ਇਨਕਰੀਜ਼ ਹੋਊਗਾ। ਸੋ ਇਹ ਬੇਸਿਕਸ ਹੀ ਆਪਾਂ ਨੂੰ ਕਲੀਅਰ ਨਹੀਂ ਹੈਗੇ, ਆਪਾਂ ਕਿਵੇਂ ਆਪਣੀ ਬੋਡੀ ਨੂੰ ਪ੍ਰੋਪਰਲੀ ਰਿਜ਼ਲਟ ਸ਼ੋ ਕਰਾਂਗੇ। ਬਸ ਸੁਣ ਲਿਆ ਕਿ ਪ੍ਰੋਟੀਨ ਜਿੰਨਾ ਖਾਵਾਂਗੇ ਬੋਡੀ ਉਨੀ ਗਰੋ ਹੁੰਦੀ ਹੈ, ਇਹ ਬਿਲਕੁਲ ਗਲਤ ਹੈ। ਪ੍ਰੋਟੀਨ ਯਾਦ ਰੱਖਿਓ ਆਲਵੇਸ ਤੁਹਾਡੀ ਬੋਡੀ ਦੀ ਰਿਕਵਰੀ 'ਚ ਹੈਲਪ ਕਰਦਾ ਹੈ, ਸਾਈਜ਼ ਗੇਨ ਨਹੀਂ ਕਰੂਗਾ। ਐਂਡ ਇਸ ਚੀਜ਼ ਨਾਲ ਮੇਰਾ ਇੱਕ ਹੋਰ ਬੇਸਿਕ ਪੁਆਇੰਟ ਕਲੀਅਰ ਹੋ ਚੁੱਕਿਆ ਕਿ ਮੈਂ ਪ੍ਰੋਟੀਨ ਕਿਵੇਂ ਬਾਏ ਕਰਨਾ ਹੈ। ਆਪਣੇ ਕੋਲ ਕੰਪਨੀ ਬਹੁਤ ਪਈਆਂ ਨੇ ਮਾਰਕੀਟ ਵਿੱਚ, ਅਸੀਂ ਕਿਹੜਾ ਬੈਸਟ ਪ੍ਰੋਟੀਨ ਬਾਏ ਕਰਾਂਗੇ, ਆਪਣੀ ਬੋਡੀ ਵਾਸਤੇ ਸੂਟੇਬਲ ਕਿਹੜਾ। ਜੇ ਮੈਂ ਚਾਹੁੰਦਾ ਮੇਰੀ ਬੋਡੀ ਬਿਲਕੁਲ ਲੀਨ ਰਵੇ, ਬਿਲਕੁਲ ਫਿਟ ਰਵੇ, ਮੇਰਾ ਮਸਲ ਸਾਈਜ਼ ਇੰਨਾ ਹੀ ਰਵੇ, ਇਸ ਤੋਂ ਡ੍ਰੌਪ ਨਾ ਹੋਵੇ ਨਾ ਇਸ ਤੋਂ ਗੇਨ ਹੋਵੇ, ਤਾਂ ਮੈਂ ਪ੍ਰੋਟੀਨ ਉਹ ਲਵਾਂਗਾ ਜਿਹਦੇ ਵਿੱਚ ਕਾਰਬਸ ਦੀ ਕੁਆਂਟੀਟੀ ਬਿਲਕੁਲ ਜ਼ੀਰੋ ਜਾਂ ਬਿਲਕੁਲ ਲੋ ਹੈ ਐਂਡ ਪ੍ਰੋਟੀਨ ਦੀ ਕੁਆਂਟੀਟੀ ਬਿਲਕੁਲ ਹਾਈ ਆ। ਮੇਰਾ ਬੋਡੀ ਮਸਲ ਸਾਈਜ਼ ਹਮੇਸ਼ਾ ਸਟੇਬਲ ਰਹੂਗਾ। ਐਂਡ ਜੇ ਮੈਂ ਚਾਹੁੰਦਾ ਕਿ ਮੈਂ ਗੇਨਿੰਗ ਕਰਨੀ ਆ, ਤਾਂ ਮੈਂ ਪ੍ਰੋਟੀਨ ਉਹ ਲਵਾਂਗਾ ਜਿਹਦੇ ਵਿੱਚ ਕਾਰਬਸ ਦੀ ਕੁਆਂਟੀਟੀ ਵੀ ਹਾਈ ਹੋਵੇ ਐਂਡ ਪ੍ਰੋਟੀਨ ਦੀ ਕੁਆਂਟੀਟੀ ਵੀ ਇਕੁਅਲੀ ਹਾਈ ਹੋਵੇ। ਯਾਨੀ ਕਿ ਦੈਨ ਆਪਾਂ ਨੂੰ ਕਾਰਬਸ ਐਂਡ ਪ੍ਰੋਟੀਨ ਦੀ ਦੋਵਾਂ ਦੀ ਕੁਆਂਟੀਟੀ ਇਕੁਅਲ ਜਾਂ ਉੱਪਰ ਨੀਚੇ ਚਾਹੀਦੀ ਹੈ, ਬਿਲਕੁਲ ਆਸ-ਪਾਸ ਜੀ ਹੋਵੇ। ਰਾਈਟ। ਸੋ ਜਿਹਨੇ ਮਸਲ ਮਾਸ ਗੇਨ ਕਰਨਾ ਹੈ, ਕਾਰਬਸ ਇੰਪੋਰਟੈਂਟ, ਪ੍ਰੋਟੀਨ ਇੰਪੋਰਟੈਂਟ। ਜਿਹਨੇ ਰਿਕਵਰੀ ਕਰਨੀ ਹੈ ਐਂਡ ਮਸਲ ਸਾਈਜ਼ ਰੱਖਣਾ ਮੇਨਟੇਨ, ਉਹਨੂੰ ਪ੍ਰੋਟੀਨ ਦੀ ਲੋੜ ਹੈ ਐਜ਼ ਕੰਪੇਅਰਡ ਟੂ ਕਾਰਬਸ। ਦੇਖੋ ਬਿਲਕੁਲ ਸਿੰਪਲ ਸੀਗਾ, ਬਿਲਕੁਲ ਬੇਸਿਕ ਸੀਗਾ। ਤੁਸੀਂ ਹੁਣ ਸਿੱਖ ਚੁੱਕੇ ਹੋ ਕਿ ਕਾਰਬਸ ਤੇ ਪ੍ਰੋਟੀਨ 'ਚ ਕੀ ਡਿਫਰੈਂਸ ਹੁੰਦਾ ਹੈ। ਤੁਸੀਂ ਕਿਸੇ ਹੋਰ ਨੂੰ ਵੀ ਸਮਝਾਉਣ ਜੋਗੇ ਹੋ ਗਏ ਹੋ। ਕੰਗ੍ਰੈਚੁਲੇਸ਼ਨਸ। ਹੁਣ ਅਸੀਂ ਗੱਲ ਕਰਨ ਲੱਗੇ ਸਭ ਤੋਂ ਜ਼ਰੂਰੀ ਪਾਰਟ ਬਾਰੇ, ਯਾਨੀ ਕਿ ਰਿਕਵਰੀ ਕਰਨੀ ਬਹੁਤ ਜ਼ਰੂਰੀ ਆ। ਇੱਕ ਐਥਲੀਟ, ਇੱਕ ਬੋਡੀ ਬਿਲਡਰ, ਤੁਸੀਂ ਇੱਕ ਪਰਫੈਕਟ ਬੋਡੀ ਗਰੋ ਕਰਨਾ ਚਾਹੁੰਦੇ ਹੋ ਨਾ, ਪਰਫੈਕਟਲੀ ਫਿਟ ਐਂਡ ਫਾਈਨ, ਪਰਫੈਕਟ ਬੋਡੀ, ਦੈਨ ਸਾਨੂੰ ਰਿਕਵਰੀ ਕਰਨੀ ਬਹੁਤ ਜ਼ਰੂਰੀ ਹੈ। ਨਾਓ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਡਿਫਰੈਂਟ ਵੇਜ਼ ਬਾਰੇ, ਜਿਨ੍ਹਾਂ ਅਸੀਂ ਆਪਣੀ ਬੋਡੀ ਦੀ ਰਿਕਵਰੀ ਕਰਾਂਗੇ ਤਾਂ ਕਿ ਆਪਣੀ ਬੋਡੀ ਥਕਾਵਟ ਤੋਂ, ਮਸਲ ਪੇਨ ਤੋਂ, ਕ੍ਰੈਂਪਸ ਤੋਂ ਬਿਲਕੁਲ ਦੂਰ ਰਵੇ। ਜਦੋਂ ਵੀ ਅਸੀਂ ਜਿਮ ਜਾਈਏ, ਪੈਰ ਰੱਖੀਏ, ਅਸੀਂ ਬਸ ਗੱਡ ਕੇ ਵਰਕਆਊਟ ਲਾਈਏ, ਜਾਨ ਲਾ ਕੇ ਮਿਹਨਤ ਕਰੀਏ, ਸਾਨੂੰ ਸੁਸਤੀ ਨਾ ਪਵੇ, ਸਾਨੂੰ ਥਕਾਵਟ ਨਾ ਹੋਵੇ। ਨੋ। ਪੁਆਇੰਟ ਨੰਬਰ 1 ਇਜ਼ ਪ੍ਰੋਟੀਨ। ਪੁਆਇੰਟ ਨੰਬਰ 2 ਇਜ਼ ਪ੍ਰੋਪਰ ਰੈਸਟ। ਐਟਲੀਸਟ 7 to 8 ਆਵਰਸ ਦੀ ਕੰਪਲੀਟ ਵਧੀਆ ਗੁੱਡ ਹੈਲਦੀ ਅਸੀਂ ਸਲੀਪ ਲੈਣੀ ਆ ਤਾਂ ਕਿ ਆਪਣੀ ਬੋਡੀ ਰਿਕਵਰੀ ਕਰ ਸਕੇ ਜੋ ਅਸੀਂ ਕੱਲ ਵਰਕਆਊਟ ਲਾਇਆ। ਪੁਆਇੰਟ ਨੰਬਰ 3, ਵਾਟਰ ਇਨਟੇਕ ਨੂੰ ਵਧਾਓ। ਦਿਨ ਵਿੱਚ ਆਪਣੇ ਐਟਲੀਸਟ 3 to 4 ਲੀਟਰਸ ਆਫ ਵਾਟਰ ਪੀਓ ਡੈਫੀਨਿਟਲੀ, ਬਿਕਾਜ਼ ਜਿੰਨੇ ਵੀ ਆਪਣੀ ਬੋਡੀ 'ਚ ਕ੍ਰੈਂਪ ਪੈਂਦੇ ਨੇ, ਆਪਾਂ ਨੂੰ ਉੱਥੋਂ ਹੀ ਮੇਨ ਇੰਜਰੀਜ਼ ਹੁੰਦੀਆਂ ਨੇ ਸਟਿਫਨੈਸ ਦੇ ਕਰਕੇ। ਸੋ ਸਟਿਫਨੈਸ ਨਾ ਆਏ ਬੋਡੀ ਵਿੱਚ ਆਪਣੀ, ਯੂ ਨੀਡ ਟੂ ਇਨਕਰੀਜ਼ ਯੂਰ ਵਾਟਰ ਇਨਟੇਕ। ਗੁੱਡ ਵਾਰਮ ਅਪ ਐਂਡ ਸਟ੍ਰੈਚਿੰਗ, ਕੂਲ ਡਾਊਨ ਕਰਨਾ ਬਹੁਤ ਜ਼ਰੂਰੀ ਆ। ਅਸੀਂ ਵਰਕਆਊਟ ਲਾ ਕੇ ਆਏ ਆ, ਕੂਲ ਡਾਊਨ ਨਹੀਂ ਕੀਤਾ, ਸਟ੍ਰੈਚਿੰਗ ਨਹੀਂ ਕੀਤੀ, ਅਸੀਂ ਸਾਨੂੰ ਇੰਜਰੀ ਕਰਵਾ ਦੂਗੀ ਉਹ ਚੀਜ਼, ਬਿਕਾਜ਼ ਸਟਿਫਨੈਸ ਦੇ ਨਾਲ ਹੀ ਇੰਜਰੀ ਹੁੰਦੀ ਆ। ਤੁਹਾਨੂੰ ਬੈਕ ਇੰਜਰੀ, ਹੈਮਸਟਰਿੰਗ ਇੰਜਰੀ, ਕਾਫ ਇੰਜਰੀ, ਬਾਈਸੈਪ ਇੰਜਰੀ, ਚੈਸਟ ਇੰਜਰੀ,
ਕਿਤੇ ਵੀ ਹੋ ਸਕਦੀ ਹੈ ਸਟਿਫਨੈਸ ਦੇ ਕਰਕੇ। ਸੋ ਮੇਕ ਸ਼ੋਰ ਵਧੀਆ ਵਾਰਮ ਅਪ ਐਂਡ ਵਧੀਆ ਕੂਲ ਡਾਊਨ ਕਰਕੇ ਹੀ ਅਸੀਂ ਆਪਣਾ ਘਰੇ ਵਾਪਸ ਆਉਣਾ ਹੈ। ਭਾਜੀ ਥੈਂਕ ਯੂ ਸੋ ਮਚ ਇੰਨਾ ਵਧੀਆ ਐਕਸਪਲੇਨ ਕਰਨ ਦੇ ਵਾਸਤੇ। ਬਸ ਵਨ ਲਾਸਟ ਕੁਐਸਚਨ ਹੈ, ਮੈਂ ਜਿਮ ਜਾਣਾ ਬਟ ਉੱਥੇ ਆ ਕੇ ਆਫਟਰ ਵਨ ਐਕਸਰਸਾਈਜ਼ ਮੈਂ ਥੱਕ ਗਿਆ ਨਾ ਬੁਰੀ ਤਰੀਕੇ ਨਾਲ। ਮੈਂ ਚਾਹੁੰਦਾ ਮੈਂ ਪੂਰੀ એનર્ਜੀ ਦੇ ਨਾਲ ਆਪਣਾ ਸਾਰਾ ਵਰਕਆਊਟ ਕੰਪਲੀਟ ਕਰਾਂ ਐਂਡ ਵਧੀਆ ਪਰਫਾਰਮ ਕਰਾਂ। ਦੇਖੋ ਤੁਸੀਂ ਵੀ ਜੇ ਸੇਮ ਇਸ਼ੂ ਫੇਸ ਕਰ ਰਹੇ ਹੋ ਨਾ, ਤੁਹਾਨੂੰ 2 ਪੁਆਇੰਟ ਸਮਝਣੇ ਪੈਣਗੇ। ਪੁਆਇੰਟ ਨੰਬਰ 1, ਤੁਹਾਡੀ ਬੋਡੀ ਦਾ weight ਕਿਵੇਂ ਆ, ਤੁਸੀਂ ਬੋਡੀ ਦਾ weight ਰਿਡਿਊਸ ਕਰਨਾ ਹੈ ਜਾਂ ਤੁਸੀਂ ਬੋਡੀ ਦਾ weight ਗੇਨ ਕਰਨਾ ਹੈ। ਜੇ ਅਸੀਂ ਰਿਡਿਊਸ ਕਰਨਾ ਹੈ then ਤੁਸੀਂ ਇੱਕ ਐਪਲ ਜਾਂ ਬਲੈਕ ਕਾਫੀ ਪੀ ਕੇ ਜਾਓ, that is enough। and if you are targeting ਕਿ ਸਾਡਾ ਵਧੀਆ ਮਸਲ ਸਾਈਜ਼ ਗੇਨ ਹੋਵੇ then ਆਪਾਂ ਨੂੰ ਕੁਝ ਕਾਰਬਸ ਖਾਣੇ ਪੈਣਗੇ before going to workout। ਇਹਦੇ ਅੰਡਰ ਵੀ ਪੁਆਇੰਟਸ ਆਪਣੇ ਆ ਜਾਣਗੇ। if you are a morning person, ਤੁਸੀਂ ਸਵੇਰੇ ਜਲਦੀ ਉੱਠ ਕੇ ਵਰਕਆਊਟ ਲਾਉਣ ਜਾਂਦੇ ਹੋ, then go for something light like banana ਖਾ ਲਓ, ਤੁਸੀਂ ਕਾਫੀ ਪੀ ਲਓ। and on the other hand ਤੁਸੀਂ ਜੇ ਨਾਈਟ ਪਰਸਨ ਹੋ, that is ਤੁਸੀਂ ਜੇ ਰਾਤ ਨੂੰ ਲੇਟ ਸੌਂਦੇ ਹੋ ਸਵੇਰੇ ਲੇਟ ਉੱਠਦੇ ਹੋ, ਤੁਸੀਂ ਦੁਪਹਿਰੇ ਜਾਂ ਸ਼ਾਮ ਨੂੰ ਵਰਕਆਊਟ ਲਾਉਣ ਜਾਂਦੇ ਹੋ, then you can go for this। This video sponsor are Revolutionary Wellness। ਬਹੁਤ ਵਧੀਆ ਇਨੀਸ਼ੀਏਟਿਵ ਲਿਆ ਇਹਨਾਂ ਨੇ, ਯਾਨੀ ਕਿ ਇੱਕ ਐਸੀ ਚੀਜ਼ ਇਹਨਾਂ ਨੇ ਤਿਆਰ ਕੀਤੀ ਹੈ ਜਿਹਦੇ ਵਿੱਚ ਕਾਫੀ ਪਲੱਸ ਪ੍ਰੋਟੀਨ ਹੋਊਗਾ। yes guys, coffee plus protein, that is a good pre-workout plus a good meal for recovery, and this also contains carbohydrates। we need to take carbohydrates and protein equally, so that is the idea। ਇੱਕ ਸਕੂਪ ਦੇ ਵਿੱਚ ਇਹਦੇ 18 ਗ੍ਰਾਮ ਪ੍ਰੋਟੀਨ, 90 milligrams of caffeine plus 18 gram of carbohydrates and ਬਹੁਤ ਕੁਝ ਇਹਦੇ ਵਿੱਚ। I mean it's amazing। ਵੀਗਨ ਪ੍ਰੋਟੀਨ ਹੈ, ਯਾਨੀ ਕਿ 100% ਇਹ ਪਲਾਂਟ ਬੇਸਡ। ਜਿਹੜੇ ਨਾਈਟ ਪਰਸਨ ਨੇ, ਜਿਹਨਾਂ ਨੇ ਰਾਤ ਲੇਟ ਸੌਣਾ ਸਵੇਰੇ ਲੇਟ ਉੱਠਣਾ ਹੈ, ਉਹਨਾਂ ਨੇ ਵਰਕਆਊਟ ਕਰਨਾ ਆਪਣਾ ਸ਼ਾਮ ਨੂੰ ਜਾਂ ਦੁਪਹਿਰ ਨੂੰ, ਯੂ ਕੈਨ ਟੇਕ ਦਿਸ ਐਜ਼ ਅ ਮੀਲ 2 hours ਬਿਫੋਰ ਗੋਇੰਗ ਟੂ ਜਿਮ ਔਰ ਅ ਵਰਕਆਊਟ। ਤੁਹਾਨੂੰ ਵਧੀਆ એનર્ਜੀ ਦੇਊਗਾ for a good performance and ਤੁਹਾਡੀ ਮਸਲ ਰਿਕਵਰੀ ਵਿੱਚ ਹੈਲਪ ਕਰੂਗਾ। ਇਹਦਾ ਪ੍ਰੋਟੀਨ ਐਂਡ ਡੈਫੀਨਿਟਲੀ ਕਾਰਬ ਵਿੱਚ ਹੈਗੇ ਨੇ that will grow your size and will give you good energy। so ਸਭ ਕੁਝ ਸਿਰਫ ਇੱਕ ਪੈਕਿੰਗ ਦੇ ਵਿੱਚ ਆ। ਇਹਦੀ ਕੀਮਤ ਬਹੁਤ ਰੀਜ਼ਨੇਬਲ ਆ, 1299। ਇੱਕ ਸਮਾਲ ਪੈਕਿੰਗ ਟਰਾਈ ਕਰੋ, 10 scoops tea, you will see the results, and if you find a good results then you can order more। link is in description। coffee plus protein powder। so ਅਸੀਂ ਕਿਵੇਂ ਪ੍ਰੋਟੀਨ ਐਂਡ ਕਾਰਬਸ ਦੀ ਕੁਆਂਟੀਟੀ ਨੂੰ ਮੇਨਟੇਨ ਰੱਖਣਾ ਹੈ, ਰਿਕਵਰੀ ਕੀ ਚੀਜ਼ ਹੁੰਦੀ ਹੈ, ਪ੍ਰੀ ਵਰਕਆਊਟ ਕੀ ਹੁੰਦਾ ਹੈ, ਕਿਹੜਾ ਅਸੀਂ ਪ੍ਰੋਟੀਨ ਸਪਲੀਮੈਂਟ ਚੂਜ਼ ਕਰਾਂਗੇ ਆਪਣੀ ਬੋਡੀ ਅਕੋਰਡਿੰਗਲੀ। ਸੋ ਤੁਹਾਡੀ ਅੱਜ ਤੋਂ ਬਾਅਦ ਪਰਫਾਰਮੈਂਸ ਬਹੁਤ ਘੈਂਟ ਰਹਿਣ ਵਾਲੀ ਹੈ, ਤੁਸੀਂ ਇਹ ਇਹਨਾਂ ਬੇਸਿਕਸ ਨੂੰ ਸਟਰੋਂਗ ਕਰ ਲਓਗੇ ਆਪਣੇ। ਐਂਡ ਐਂਡਿੰਗ ਦਿਸ ਵੀਡੀਓ ਬਾਈ ਸੇਇੰਗ ਅਗੇਨ, ਸਮਰ ਬੋਡੀਜ਼ ਆਰ ਮੇਡ ਇਨ ਵਿੰਟਰਸ। ਸਰਦੀਆਂ ਨੇ ਮਿਹਨਤ ਕਰ ਲਓ, 3-4 ਮਹੀਨੇ ਦੀ ਗੱਲ ਹੈ, ਗਰਮੀਆਂ 'ਚ ਚਮਕੋਗੇ ਪੂਰੇ ਹੀਰੇ ਵਾਂਗੂ।